ਦੁਆਬੇ ਦੇ ਵਿੱਚ ਦਲਿਤ ਵੋਟ ਬਹੁਤ ਵੱਡਾ ਵੋਟ ਬੈਂਕ ਹੈਗਾ ਤੇ ਇਸ ਵੋਟ ਬੈਂਕ ਨੂੰ ਭਾਜਪਾ ਆਪਣੇ ਵੱਲ ਕਰਨ ਦੇ ਲਈ ਜੱਦੋ-ਜਹਿਦ ਕਾਫੀ ਦਿਨਾਂ ਤੋਂ ਕਰ ਰਹੀ ਸੀ ਤੇ ਅੱਜ ਬਹੁਤ ਵੱਡਾ ਚਿਹਰਾ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਸ਼੍ਰੀ ਅਵਿਨਾਸ਼ ਚੰਦਰੀ ਜੋ ਕਿ ਬਹੁਤ ਲੰਬੇ ਸਮੇਂ ਤੋਂ ਦਲਿਤ ਸਮਾਜ ਦੇ ਨਾਲ ਖੜਦੇ ਆ ਰਹੇ ਆ, 10 ਸਾਲ ਜਿਨ੍ਹਾਂ ਨੇ ਰਾਜ ਕੀਤਾ, 5 ਸਾਲ ਹਲਕਾ ਕਰਤਾਰਪੁਰ ਦੇ ਵਿੱਚ ਤੇ 5 ਸਾਲ ਹਲਕਾ ਫਲੌਰ ਦੇ ਵਿੱਚ। ਬਾਬਾ ਅੰਬੇਦਕਰ ਸਾਹਿਬ ਨੇ ਇਹਨਾਂ ਦੇ ਘਰ ਵਿੱਚ ਵੀ ਵਿਜ਼ਿਟ ਕੀਤਾ, ਉਹਨਾਂ ਦੇ ਨਾਲ ਵੀ ਰਹੇ। ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਗੱਲ ਕਰੀਏ ਤਾਂ ਉਹਨਾਂ ਨਾਲ ਵੀ ਤਕਰੀਬਨ 20 ਸਾਲ ਕੰਮ ਕੀਤਾ, ਜਿਸ ਕਰਕੇ ਬਹੁਤ ਵੱਡਾ ਵੋਟ ਬੈਂਕ ਅਵਿਨਾਸ਼ ਚੰਦਰ ਦੇ ਨਾਲ ਜੁੜਿਆ ਹੋਇਆ। ਬਹੁਤ ਵੱਡੀ ਲੀਡਰਸ਼ਿਪ ਆ, ਸਾਰੇ ਤਾਂ ਲੀਡਰ ਦਾਅਵੇ ਕਰਦੇ ਵੀ ਅਸੀਂ ਦਲਿਤਾਂ ਦੇ ਲੀਡਰ ਆ, ਕੋਈ ਕਹਿੰਦਾ ਵੀ ਸਾਡੇ ਤੋਂ ਵੱਡਾ ਲੀਡਰ ਨਹੀਂ, ਕੋਈ ਕਾਂਗਰਸ 'ਚ, ਕੋਈ ਅਕਾਲੀ ਦਲ 'ਚ, ਕੋਈ ਭਾਜਪਾ 'ਚ, ਪਰ ਸਾਰੇ ਪਾਸੇ ਅਵਿਨਾਸ਼ ਚੰਦਰ ਨੂੰ ਹੀ ਕਿਉਂ ਅੱਗੇ ਰੱਖਿਆ ਗਿਆ? ਫਰਕ ਸਿਰਫ ਇਹ ਆ ਕਿ ਮੈਂ ਸਮਾਜ ਦੀ ਗੱਲ ਕਰਦਾ। ਜਿਵੇਂ ਬਾਦਲ ਸਾਹਿਬ ਦੀ ਗੌਰਮੈਂਟ ਵਿੱਚ ਰਿਹਾ ਤੇ ਬਾਦਲ ਸਾਹਿਬ ਦੇ ਨਾਲ ਬੈਠ ਕੇ ਵੀ 1 to 1 ਗੱਲ ਕਰਦਾ ਰਿਹਾ ਕਿ ਜੀ ਸਾਡੇ ਜਿਹੜੇ ਮਸਲੇ ਆ ਇਹਨਾਂ ਨੂੰ ਹੱਲ ਕੀਤਾ ਜਾਵੇ, ਔਰ ਬਹੁਤ ਸਾਰੇ ਮਸਲੇ ਉਹਨਾਂ ਨੂੰ ਉਸ ਵੇਲੇ ਹੱਲ ਵੀ ਕੀਤੇ। ਤੇ ਮਹਾਰਾਜ ਜੀ ਨੂੰ ਲੈਣ ਗਿਆ ਸੀ ਆਸਟਰੀਆ, ਉਹਨਾਂ ਨੂੰ ਵੀ ਲੈ ਕੇ ਆਏ ਤੇ ਜਿਹੜੇ ਸਾਡੇ ਸ਼ਹੀਦ ਰਾਮਾਨੰਦ ਸੰਤ ਮਹਾਰਾਜ ਜੀ ਉਹਨਾਂ ਦੀ ਵੀ ਜਿਹੜੀ ਦੇਹ ਸੀ ਬ੍ਰਿਤਿਕ ਦੇ ਉਹ ਲੈ ਕੇ ਆਏ ਸੀ ਨਾਲ ਉੱਥੋਂ ਜਾ ਕੇ, ਤੇ ਫਿਰ ਇੱਥੇ ਪਬਲਿਕ ਜਿਹੜੀ ਸ਼ਾਂਤ ਹੋਈ। ਸਟੇਟ ਤੁਹਾਨੂੰ ਲੱਗਦਾ ਵੀ ਚੰਨੀ ਨੂੰ ਜਿਹੜਾ ਚਿਹਰਾ ਉਤਾਰਿਆ ਸੀਐਮ ਦਾ, ਉਹਦੇ ਨਾਲ ਦਲਿਤ ਵੋਟ ਦਾ ਝੁਕਾਅ ਵਧੇਗਾ ਕਾਂਗਰਸ ਵੱਲ? ਇੱਦਾਂ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ। ਜਿਹੜੀ ਗੱਲ ਤੁਹਾਨੂੰ ਮੈਂ ਪਹਿਲੋਂ ਕਹੀ ਆ ਕਿ ਦਲਿਤ ਏਜੰਡਾ ਇੱਕ ਬੰਦੇ ਨੂੰ ਫਾਇਦਾ ਦੇਣ ਦੀ ਬਜਾਏ ਇੱਕ ਸਮਾਜ ਨੂੰ ਫਾਇਦਾ ਦੇਣਾ ਚਾਹੀਦਾ। ਤੁਸੀਂ ਮੈਨੂੰ ਦੱਸੋ ਵੀ ਇੱਕ ਬੰਦੇ ਨੂੰ ਫਾਇਦਾ ਦੇਣਾ ਚਾਹੀਦਾ, ਇੱਕ ਪਰਿਵਾਰ ਨੂੰ, ਜਾਂ ਇੱਕ ਸਮਾਜ ਨੂੰ ਦੇਣਾ ਚਾਹੀਦਾ? ਕੁਝ ਜਿਹੜੇ ਤੁਹਾਡੇ ਕੁਝ ਵਿਰੋਧੀ ਲੀਡਰ ਆ ਉਹ ਈਡੀ ਵਾਲੇ ਮਸਲੇ ਨੂੰ ਬੜੀ ਤੂਲ ਦੇ ਰਹੇ ਆ। ਜਿਹੜਾ ਈਡੀ ਵਾਲਾ ਮਸਲਾ ਸੀਗਾ ਕਿੱਥੇ ਖੜਾ ਹੁਣ ਤੱਕ ਤੁਹਾਡਾ? ਮੇਰੇ ਉੱਤੇ ਕੋਈ NDPS ਐਕਟ ਨਹੀਂ ਲੱਗਾ। ਮੇਰੇ ਉੱਤੇ ਜਿਹੜਾ PMLA ਉਹਨਾਂ ਨੇ ਲਾਈ, ਔਰ ਉਹਦਾ ਜਿਹੜਾ ਹੈਗਾ ਹੈ ਇਸ ਵੇਲੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਉਹਦਾ ਸਟੇ ਰੱਖਿਆ ਹੈ, ਸਟੇ ਦਿੱਤਾ, ਤੇ ਉਹ ਸਟੇ ਦੇ ਕਰਕੇ ਉਹਨਾਂ ਨੇ ਨੋਟਿਸ ਟੂ ED ਕੀਤਾ ਕਿ ਤੁਸੀਂ ਆ ਕੇ ਦੱਸੋ ਵੀ ਇਹ ਕੇਸ ਕਿੱਦਾਂ ਬਣਾਇਆ। ਮੈਂ ਕਿਤੇ ਗਿਆ ਨਹੀਂ, ਮੈਂ ਇੱਥੇ ਰਿਹਾ। ਜੇ ਮੈਨੂੰ ਨੋਟਿਸ ਆਇਆ ED ਦਾ, ਮੈਂ ਉਹਨੂੰ ਭੁਗਤਣ ਗਿਆ। ਮੈਂ ਜਾ ਕੇ ਅਫਸਰਾਂ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਕੋਲ 10 ਸਾਲ ਦਾ ਰਿਕਾਰਡ ਲਿਆ, ਮੇਰੇ ਘਰ ਦਾ, ਮੇਰੇ ਖਾਨਦਾਨ ਦਾ, ਬੱਚਿਆਂ ਤੱਕ, ਮੇਰੀ ਵਾਈਫ ਦਾ, ਮੇਰੇ ਭੈਣਾਂ ਭਰਾਵਾਂ ਦਾ ਤੱਕ ਫੋਲ ਮਾਰਿਆ ਉਹਨਾਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਲੱਭਾ ਕੀ ਜੀ, 4,68,000 ਰੁਪਏ ਦੀ ਮੇਰੇ ਉੱਤੇ ਪਾਈ। ਤੇ ਕਿੱਡਾ ਕੁ ਮੈਂ ED ਦਾ ਕਿੱਡਾ ਕੁ ਸਮਗਲ ਰਿਹਾ ਮੈਂ। ਮੇਰਾ ਖਾਨਦਾਨ ਦੇਖ ਲਓ, ਮੇਰਾ ਪਿਛੋਕੜ ਦੇਖ ਲਓ। ਮੈਂ ਬਾਬਾ ਸਾਹਿਬ ਅੰਬੇਡਕਰ ਦਾ ਅਨੁਯਾਈ ਹਾਂ। ਨਕੋਦਰ, ਫਲੌਰ, ਹੋਰ ਆਲੇ ਦੁਆਲੇ ਜਲੰਧਰ ਕੈਂਟ ਵੀ ਹੈਗਾ, ਤੇ ਨਾਲ ਫਗਵਾੜੇ ਦੀ ਵੀ ਗੱਲ ਕਰ ਲਈਏ, ਉੱਥੇ ਤਾਂ ਤੁਹਾਡਾ ਜਿਹੜਾ ਕਹਿ ਲਈ ਵੀ ਜ਼ਿਆਦਾ ਹੀ, ਜਿੱਦਾਂ ਕਹਿ ਲਈ ਵੀ ਨਜ਼ਦੀਕੀਆਂ ਵੀ ਹੈਗੀਆਂ ਆ। ਕਰਤਾਰਪੁਰ ਵੀ ਤੁਸੀਂ ਇਲੈਕਸ਼ਨ ਲੜੇ ਹੋ, ਉੱਥੇ ਵੀ ਤੁਹਾਡੇ ਬਹੁਤ ਵੱਡੇ ਧੜੇ ਹੈਗੇ ਆ, ਤੁਹਾਨੂੰ ਚਾਹੁਣ ਵਾਲੇ ਲੋਕ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸੀਟਾਂ ਦੇ ਕਿੱਦਾਂ ਦੀ ਤੁਹਾਡੀ ਤਿਆਰੀ ਹੈਗੀ ਆ ਭਾਜਪਾ ਨੂੰ ਜਿਤਾਉਣ ਦੀ? ਮੈਨੂੰ ਨਹੀਂ ਲੱਗਦਾ ਪੰਜਾਬ 'ਚ ਸਪਸ਼ਟ ਬਹੁਮਤ ਕੋਈ ਲੈ ਸਕੂਗਾ, ਤੇ ਸਾਡੇ ਤੋਂ ਬਗੈਰ ਕਿਸੇ ਦੀ ਸਰਕਾਰ ਨਹੀਂ ਬਣੂਗੀ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਭਾਜਪਾ ਜਿੱਧਰ ਜਾਊਗੀ ਉੱਧਰ ਸਰਕਾਰ ਬਣੂਗੀ। ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ, ਉਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ, ਤੇ ਹਰ ਕੋਈ ਦਾਅ ਪੇਚ ਖੇਡ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵੱਡੇ ਚਿਹਰੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਵੋਟਾਂ ਦੀ ਗਿਣਤੀ ਨੂੰ ਵਧਾ ਸਕੀਏ। ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਦੁਆਬਾ ਦੀ, ਤੇ ਦੁਆਬਾ ਦੇ ਵਿੱਚ ਬਹੁਤ ਵੱਡਾ ਭਾਜਪਾ ਵੱਲੋਂ ਅੱਜ ਕਾਰਡ ਖੇਡਿਆ ਗਿਆ, ਕਿਉਂਕਿ ਦੁਆਬੇ ਦੇ ਵਿੱਚ ਦਲਿਤ ਵੋਟ ਬਹੁਤ ਵੱਡਾ ਵੋਟ ਬੈਂਕ ਹੈਗਾ ਤੇ ਇਸ ਵੋਟ ਬੈਂਕ ਨੂੰ ਭਾਜਪਾ ਆਪਣੇ ਵੱਲ ਕਰਨ ਦੇ ਲਈ ਜੱਦੋ-ਜਹਿਦ ਕਾਫੀ ਦਿਨਾਂ ਤੋਂ ਕਰ ਰਹੀ ਸੀ, ਤੇ ਅੱਜ ਬਹੁਤ ਵੱਡਾ ਚਿਹਰਾ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਜੇਕਰ ਆਪਾਂ ਗੱਲ ਕਰੀਏ ਸ਼੍ਰੀ ਅਵਿਨਾਸ਼ ਚੰਦਰੀ ਜੋ ਕਿ ਬਹੁਤ ਲੰਬੇ ਸਮੇਂ ਤੋਂ ਦਲਿਤ ਸਮਾਜ ਦੇ ਨਾਲ ਖੜਦੇ ਆ ਰਹੇ ਆ, 10 ਸਾਲ ਜਿਨ੍ਹਾਂ ਨੇ ਰਾਜ ਕੀਤਾ, 5 ਸਾਲ ਹਲਕਾ ਕਰਤਾਰਪੁਰ ਦੇ ਵਿੱਚ ਤੇ 5 ਸਾਲ ਹਲਕਾ ਫਲੌਰ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਪਿੰਡੋ ਪਿੰਡੀ ਚੱਲ ਕੇ ਜਿਹੜਾ ਕਿ ਬਾਬਾ ਸਾਹਿਬ ਅੰਬੇਦਕਰ ਦਾ ਮਿਸ਼ਨ ਆ ਉਹਨਾਂ ਨੂੰ ਵੀ ਨਿਰੰਤਰ ਜਾਰੀ ਰੱਖਿਆ। ਜੇਕਰ ਗੱਲ ਕਰੀਏ ਤਾਂ ਬਾਬਾ ਅੰਬੇਦਕਰ ਸਾਹਿਬ ਨੇ ਇਹਨਾਂ ਦੇ ਘਰ ਵਿੱਚ ਵੀ ਵਿਜ਼ਿਟ ਕੀਤਾ, ਉਹਨਾਂ ਦੇ ਨਾਲ ਵੀ ਰਹੇ। ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਗੱਲ ਕਰੀਏ ਤਾਂ ਉਹਨਾਂ ਨਾਲ ਵੀ ਤਕਰੀਬਨ 20 ਸਾਲ ਕੰਮ ਕੀਤਾ, ਜਿਸ ਕਰਕੇ ਬਹੁਤ ਵੱਡਾ ਵੋਟ ਬੈਂਕ ਅਵਿਨਾਸ਼ ਚੰਦਰ ਦੇ ਨਾਲ ਜੁੜਿਆ ਹੋਇਆ, ਤੇ ਭਾਜਪਾ ਸਫਲ ਵੀ ਰਹੀ ਆ। ਭਾਜਪਾ ਨੇ ਜਿਹੜਾ ਕਿ ਇਹ ਇੱਕ ਵੱਡੇ ਕੱਦ ਦਾ ਜਿਹੜਾ ਲੀਡਰ ਆ ਅੱਜ ਸ਼ਾਮਲ ਕਰ ਲਿਆ। ਗੱਲਬਾਤ ਕਰਾਂਗੇ। ਸ਼੍ਰੀ ਅਵਿਨਾਸ਼ ਚੰਦਰ ਸਾਡੇ ਨਾਲ ਆ। ਅਵਿਨਾਸ਼ ਚੰਦਰ ਜੀ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਤੁਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਚ ਵੀ ਰਹੇ, ਪਹਿਲਾਂ ਬਸਪਾ ਦੇ ਵਿੱਚ ਆਪਣੀ ਜਰਨੀ ਸਟਾਰਟ ਕੀਤੀ ਸੀਗੀ, ਹੁਣ ਸੋਸ਼ਲ ਸਰਵਿਸ ਕਰ ਰਹੇ ਸੀ, ਲੋਕਾਂ ਦੇ ਫਾਇਦੇ ਕਰ ਰਹੇ ਸੀ, ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਸੀ। ਅਸੀਂ ਦੇਖਿਆ ਬੀਤੇ ਕੁਝ ਮਹੀਨੇ ਪਹਿਲਾਂ ਤੁਸੀਂ ਲਖਨਊ ਦੇ ਵਿੱਚ ਵੀ ਗਏ, ਭਾਜਪਾ ਦੇ ਜਿਹੜੇ ਮੁੱਖ ਮੰਤਰੀ ਆ ਜੋਗੀ ਜੀ ਨੂੰ ਮਿਲੇ ਸੀ, ਉਸ ਤੋਂ ਵੀ ਕੁਝ ਇਸ਼ਾਰੇ ਸਾਫ਼ ਹੋ ਰਹੇ ਸੀ। ਸੋ ਕਿੱਦਾਂ ਦਾ ਅੱਜ ਮਹਿਸੂਸ ਹੋ ਰਿਹਾ ਜਿਹੜਾ ਤੁਸੀਂ ਭਾਜਪਾ ਸ਼ਾਮਲ ਕੀਤੀ ਹੈ? ਸਭ ਤੋਂ ਪਹਿਲਾਂ ਤਾਂ ਸਾਂਝ TV ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਤੁਸੀਂ ਬੜੇ ਅੱਛੇ ਸਵਾਲ 2-3 ਕੀਤੇ ਆ ਕਿ ਭਾਜਪਾ ਦੇ ਨਾਲ ਤੁਸੀਂ ਕਿੱਦਾਂ ਆਪਣਾ ਨਾਤਾ ਬਣਾਇਆ, ਜਾਂ ਕਿੱਦਾਂ ਤੁਸੀਂ ਉਹਨਾਂ ਵੱਲ ਨੂੰ ਤੁਹਾਡਾ ਝੁਕਾਓ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਮੈਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਭਾਜਪਾ ਦੇ ਬਹੁਤ ਹੀ ਸਤਿਕਾਰਯੋਗ ਜਿਹੜੇ ਵੱਡੇ ਲੀਡਰ ਹੈਗੇ ਉਹਨਾਂ ਦੇ ਨਾਲ
2-4 ਵਾਰ ਮੈਂ ਬੈਠਾ ਉਹਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਸਿਰਫ ਇਹ ਗੱਲ ਕਹੀ ਗਈ ਕਿ ਜੇ ਤੁਸੀਂ ਸ਼ਡਿਊਲਡ ਕਾਸਟ ਜਿਹੜਾ ਪੰਜਾਬ ਦੇ ਵਿੱਚ ਹੈਗਾ ਉਹਨਾਂ ਨੂੰ ਤੁਸੀਂ ਭਾਜਪਾ ਵੱਲ ਨੂੰ ਲਿਆਉਣਾ ਚਾਹੁੰਦੇ ਆ ਤਾਂ ਸ਼ਡਿਊਲਡ ਕਾਸਟ ਦਾ ਦਲਿਤ ਏਜੰਡਾ ਆ, ਉਸ ਏਜੰਡੇ ਦੇ ਉੱਤੇ ਤੁਸੀਂ ਕੰਮ ਕਰੋ, ਉਸ ਏਜੰਡੇ ਨੂੰ ਤੁਸੀਂ ਲਾਗੂ ਕਰੋ ਤੇ ਫਿਰ ਤੁਹਾਡੇ ਨਾਲ ਲੋਕ ਜਿਹੜੇ ਜੁੜਨਗੇ। ਉਹ ਏਜੰਡੇ ਦੇ ਵਿੱਚ ਜਿਹੜੇ ਸ਼ਡਿਊਲਡ ਕਾਸਟ ਸਾਡੇ ਭਰਾ ਆ ਉਹਨਾਂ ਦੇ ਦੁੱਖ ਤਕਲੀਫ, ਉਹਨਾਂ ਨੂੰ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਆਉਂਦੀ, ਬੱਚਿਆਂ ਦੀ ਜਿਹੜੀ ਪੜ੍ਹਾਈ ਦੀ ਪ੍ਰੋਬਲਮ ਆ, ਦਵਾਈ ਦੀ ਪ੍ਰੋਬਲਮ ਆ ਬਜ਼ੁਰਗਾਂ ਨੂੰ, ਜਾਂ ਨੌਕਰੀਆਂ ਦੀ ਪ੍ਰੋਬਲਮ ਆ, ਬੇਰੁਜ਼ਗਾਰੀ ਦੀ ਪ੍ਰੋਬਲਮ ਆ, ਜਾਂ ਸਾਡੇ ਸਮਾਜ ਦੇ ਵਿੱਚ ਧਰਮ ਦਾ ਬੜਾ ਵੱਡਾ ਸਥਾਨ ਆ, ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਹੈਗੇ ਉਹਨਾਂ ਦੇ ਜਨਮ ਸਥਾਨ ਦਾ, ਉਹਨਾਂ ਦਾ ਤੁਗਲਕਾਬਾਦ ਮੰਦਿਰ ਦਾ ਜਿਹੜਾ ਮਸਲਾ ਆ, ਉਹ ਸਾਰੇ ਮਸਲੇ ਸਾਡੇ ਹੱਲ ਕਰੋ। ਤੇ ਮਾਨਯੋਗ ਸ਼ੇਖਾਵਤ ਜੀ ਦੇ ਨਾਲ ਮੇਰੀ ਗੱਲਬਾਤ ਹੋਈ, ਉੱਤੇ ਦਿੱਲੀ ਵੀ ਗੱਲ ਹੋਈ, ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਆਪਾਂ ਜਦੋਂ ਹੁਣ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੂਗੀ ਉਸ ਦੇ ਵਿੱਚ ਅਸੀਂ ਇਸ ਬਹੁਤ ਵਿਸ਼ੇਸ਼ ਤੌਰ ਦੇ ਉੱਤੇ ਦਲਿਤ ਸਮਾਜ ਦਾ ਖਿਆਲ ਰੱਖਾਂਗੇ। ਜੋ ਤੁਸੀਂ ਮੁੱਦੇ ਆਪਣੇ ਸਾਡੇ ਨਾਲ ਡਿਸਕਸ ਕੀਤੇ ਆ ਉਹ ਅਸੀਂ ਮੁੱਦੇ ਹੂਬਹੂ ਲਾਗੂ ਕਰਨ ਦੀ ਪੂਰਾ ਯਤਨ ਕਰਾਂਗੇ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਕਿਹੜੇ ਮੁੱਦੇ ਸਨ? ਕਿਉਂਕਿ ਤੁਸੀਂ ਮੈਂ ਦੱਸਿਆ ਵੀ ਸੀਐਮ ਜੋਗੀ ਨੂੰ ਮਿਲੇ ਹੋ, ਫਿਰ ਤੁਸੀਂ ਦਿੱਲੀ ਵਿੱਚ ਵੀ ਗਏ ਹੋ, ਗਜੇਂਦਰ ਸ਼ੇਖਾਵਤ ਨੂੰ ਮਿਲੇ ਹੋ, ਕਿਹੜੇ ਅਹਿਮ ਮੁੱਦੇ ਉਹਨਾਂ ਨਾਲ ਵਿਚਾਰ ਕੀਤੀ ਤੁਸੀਂ? ਸਭ ਤੋਂ ਪਹਿਲੋਂ ਦੇਖੋ, ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਆ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਦਲਿਤ ਆਬਾਦੀ ਆ, ਲਗਭਗ 40% ਤੋਂ ਵੱਧ ਪੰਜਾਬ ਦੇ ਵਿੱਚ ਦਲਿਤ ਆਬਾਦੀ ਆ, ਤੇ ਦੁਆਬੇ ਦੀ ਗੱਲ ਕਰੀਏ ਤੇ 50% ਤੋਂ ਵੱਧ ਲੋਕ ਇੱਥੇ ਦੁਆਬੇ ਦੇ ਵਿੱਚ ਸ਼ਡਿਊਲਡ ਕਾਸਟ ਦੀ ਆਬਾਦੀ ਹੈਗੀ ਆ। ਇੱਥੇ ਜਿਹੜੇ ਮੁੱਦੇ ਹੈਗੇ ਆ ਪੰਜਾਬ ਦੇ ਵਿੱਚ, ਤੁਸੀਂ ਦੇਖ ਲਓ ਵੀ ਜ਼ਿਆਦਾਤਰ ਸਾਡੇ ਲੋਕ ਗਰੀਬ ਆ, ਤੇ ਗਰੀਬਾਂ ਦੇ ਨਾਲ ਜੁੜਦੀਆਂ ਸਾਰੀਆਂ ਸਮੱਸਿਆਵਾਂ, ਚਾਹੇ ਗਰੀਬ ਕੋਈ ਵੀ ਹੋਵੇ, ਸ਼ਡਿਊਲਡ ਕਾਸਟ ਆ, ਕਿਸੇ ਹੋਰ ਕਾਸਟ ਦੇ ਵੀ ਗਰੀਬ ਲੋਕ ਹੈਗੇ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ, ਜਿਹੜੇ ਸਿੱਖ ਵੀ ਹੈਗੇ ਆ, ਹਿੰਦੂ ਵੀ ਹੈਗੇ ਆ, ਹੋਰ ਵੀ ਜਿਹੜੀਆਂ ਜਾਤਾਂ ਆ ਉਹਨਾਂ ਦੇ ਕੋਲ ਜਿਹੜਾ ਹੈਗਾ ਜ਼ਿੰਦਗੀ ਉਹਨਾਂ ਦੀ ਨਹੀਂ ਠੀਕ ਬਸਰ ਹੋ ਰਹੀ। ਸੋ ਮੇਰੇ ਜਿਹੜਾ ਅਸੀਂ ਸ਼ਡਿਊਲਡ ਕਾਸਟ ਦੀ ਗੱਲ ਕੀਤੀ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਸੀ ਵੀ ਤੁਗਲਕਾਬਾਦ ਜਿਹੜੀ ਹੈਗਾ ਜਨਮ ਸਥਾਨ ਗੁਰੂ ਮਹਾਰਾਜ ਜੀ ਦਾ ਉੱਥੇ ਮੰਦਿਰ ਸੀ, ਜਨਮ ਸਥਾਨ ਤਾਂ ਬਨਾਰਸ ਆ, ਤੇ ਉੱਥੇ ਜਿਹੜਾ ਮੰਦਿਰ ਉੱਥੇ ਢਾਇਆ ਗਿਆ ਸੀ ਉਹਨੂੰ ਦੁਬਾਰਾ ਬਣਾਉਣਾ, ਖੂਬਸੂਰਤ ਦੁਨੀਆ ਦੇ ਵਿੱਚ ਜਿਹੜਾ ਦੇਖਣ ਵਾਲਾ ਮੰਦਿਰ ਹੋਵੇ ਉੱਦਾਂ ਦਾ ਉਹਨੂੰ ਬਣਾਉਣਾ, ਉੱਥੇ ਹੋਰ ਬਹੁਤ ਸਾਰੇ ਕੰਮ ਕਰਾਉਣ ਵਾਲੇ ਉਹ, ਤੇ ਉਸ ਤੋਂ ਬਾਅਦ ਬਨਾਰਸ ਦੀ ਧਰਤੀ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਆ, ਉੱਥੇ ਵੀ ਮਾਣਯੋਗ ਪ੍ਰਧਾਨ ਮੰਤਰੀ ਜੀ ਜਦੋਂ ਗਏ ਸੀ ਉਹ 100 ਕਰੋੜ ਦੇ ਕਰੀਬ ਉੱਥੇ ਰੁਪਈਆ ਦੇ ਕੇ ਆਏ ਸੀ ਡਿਵੈਲਪਮੈਂਟ ਵਾਸਤੇ। ਉਸ ਦੀ ਡਿਵੈਲਪਮੈਂਟ ਜਿਹੜੀ ਆ ਉਹਦਾ ਕੰਮ ਉੱਥੇ ਜੋ ਵੀ ਕੁਝ ਬਣਾਉਣ ਵਾਲਾ ਮਹਾਰਾਜ ਦੇ ਨਾਂ 'ਤੇ ਅਪਗ੍ਰੇਡ ਕਰਨ ਵਾਲੀਆਂ ਚੀਜ਼ਾਂ ਉਹ ਸਾਰਾ ਕੁਝ ਉਹਦੇ ਵਿੱਚ ਮੌਜੂਦ ਆ। ਉਹੀ ਗੱਲ ਇਹਨਾਂ ਨਾਲ ਮੈਂ ਕੀਤੀ, ਤੇ ਇਹ ਵੀ ਇਸ ਮਸਲੇ ਦੇ ਸੰਬੰਧ 'ਚ ਵੀ ਮੈਂ ਕੁਝ ਦਿਨ ਪਹਿਲਾਂ ਯੋਗੀ ਜੀ ਨੂੰ ਮਿਲਣ ਗਿਆ ਸੀ। ਮਹਾਰਾਜ ਜੀ ਨੇ, ਬੱਲਾਂ ਵਾਲੇ ਸੰਤਾਂ ਨੇ ਮੈਨੂੰ ਕਿਹਾ ਸੀ ਵੀ ਜਾ ਕੇ ਤੁਸੀਂ ਮਿਲ ਕੇ ਆਓ, ਉਹਨਾਂ ਨਾਲ ਸਾਰੀ ਗੱਲ ਕਰਕੇ ਆਓ, ਤੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ, ਤੇ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਇੱਕ ਸਤਸੰਗ ਘਰ ਦਾ ਉਦਘਾਟਨ ਵੀ ਕੀਤਾ। ਬਾਕੀ ਵੀ ਕੰਮ ਉੱਥੇ ਡਿਵੈਲਪਮੈਂਟਾਂ ਚੱਲ। ਕੀ ਤੁਸੀਂ ਦੱਸ ਸਕਦੇ ਹੋ ਵੀ ਅਵਿਨਾਸ਼ ਚੰਦਰ ਦੇ ਵਿੱਚ ਕਿਹੜੀ ਖਾਸ ਗੱਲ ਆ? ਕਿਉਂਕਿ ਜਦੋਂ ਤੁਗਲਕਾਬਾਦ ਮੰਦਿਰ ਹੋਇਆ ਉਦੋਂ ਵੀ ਤੁਸੀਂ ਦਿੱਲੀ ਦੇ ਵਿੱਚ ਸੰਤ ਸਮਾਜ ਦੇ ਨਾਲ ਜਾ ਕੇ ਲੜਾਈ ਲੜਦੇ ਹੋ, ਉੱਥੇ ਜਾ ਕੇ ਮੰਗਾਂ ਰੱਖਦੇ ਹੋ ਸਰਕਾਰ ਅੱਗੇ। ਜਦੋਂ ਬਿਆਨਾ ਕਾਂਡ ਹੋਇਆ ਉਸ ਸਮੇਂ ਵੀ ਤੁਹਾਡੀ ਡਿਊਟੀ ਲਗਾਈ ਜਾਂਦੀ ਆ, ਤੁਸੀਂ ਸਰਕਾਰ ਦਾ ਹਿੱਸਾ ਵੀ ਸੀਗੇ, ਤੁਹਾਨੂੰ ਦਲਿਤ ਸਮਾਜ ਨੇ, ਸੰਤ ਸਮਾਜ ਨੇ, ਸਾਰਿਆਂ ਨੇ ਕਿਹਾ ਵੀ ਤੁਸੀਂ ਆਸਟ੍ਰੇਲੀਆ ਜਾਓ, ਜਿਹੜੇ ਸੰਤ ਮਹਾਰਾਜ ਸੀ ਉਹਨਾਂ ਦਾ ਸ਼ਬਦ ਵੀ ਤੁਸੀਂ ਲੈ ਕੇ ਆਏ ਹੋ। ਬਹੁਤ ਵੱਡੀ ਲੀਡਰਸ਼ਿਪ ਆ, ਸਾਰੇ ਤਾਂ ਲੀਡਰ ਦਾਅਵੇ ਕਰਦੇ ਵੀ ਅਸੀਂ ਦਲਿਤਾਂ ਦੇ ਲੀਡਰ ਆ, ਕੋਈ ਕਹਿੰਦਾ ਵੀ ਸਾਡੇ ਤੋਂ ਵੱਡਾ ਲੀਡਰ ਨਹੀਂ, ਕੋਈ ਕਾਂਗਰਸ 'ਚ, ਕੋਈ ਅਕਾਲੀ ਦਲ 'ਚ, ਕੋਈ ਭਾਜਪਾ 'ਚ, ਪਰ ਸਾਰੇ ਪਾਸੇ ਅਵਿਨਾਸ਼ ਚੰਦਰ ਨੂੰ ਹੀ ਕਿਉਂ ਅੱਗੇ ਰੱਖਿਆ ਗਿਆ? ਮੈਂ ਤਾਂ ਜੀ ਕੋਈ ਬਹੁਤ ਵੱਡਾ ਲੀਡਰ ਨਹੀਂ ਹੈਗਾ, ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਆ ਆਪਣੇ ਸਮਾਜ ਦਾ, ਕੌਮ ਦਾ। ਫਰਕ ਸਿਰਫ ਇਹ ਆ ਕਿ ਮੈਂ ਸਮਾਜ ਦੀ ਗੱਲ ਕਰਦਾ। ਜੇ ਮੈਂ ਬਾਦਲ ਸਾਹਿਬ ਦੀ ਗੌਰਮੈਂਟ ਵਿੱਚ ਰਿਹਾ ਤੇ ਬਾਦਲ ਸਾਹਿਬ ਦੇ ਨਾਲ ਬੈਠ ਕੇ ਵੀ 1 to 1 ਗੱਲ ਕਰਦਾ ਰਿਹਾ ਕਿ ਜੀ ਸਾਡੇ ਜਿਹੜੇ ਮਸਲੇ ਆ ਇਹਨਾਂ ਨੂੰ ਹੱਲ ਕੀਤਾ ਜਾਵੇ, ਔਰ ਬਹੁਤ ਸਾਰੇ ਮਸਲੇ ਉਹਨਾਂ ਨੂੰ ਉਸ ਵੇਲੇ ਹੱਲ ਵੀ ਕੀਤੇ, ਹੈ ਨਾ, ਭਲਾ ਵੀ ਹੋਇਆ ਕਾਫੀ, ਜਿੰਨਾ ਅਸੀਂ ਕਹਿੰਦੇ ਨੇ ਉਹਨਾਂ ਨੇ ਕੰਮ ਸਾਡੇ ਕਰਵਾਏ। ਜਿਹੜਾ ਬਿਆਨਾ ਕਾਂਡ ਹੋਇਆ ਸੀ ਉਸ ਕਾਂਡ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਉਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਉਹ ਕਾਂਡ ਸੀਗਾ, ਉਸ ਵਿੱਚ ਬਹੁਤ ਵੱਡੀ ਡਿਸਟਰਬੈਂਸ ਹੋ ਗਈ ਸੀ ਪੰਜਾਬ ਦੇ ਅੰਦਰ, ਤੇ ਉਹਨਾਂ ਨੇ ਫਿਰ ਬਾਦਲ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਵੀ ਤੁਸੀਂ ਦੇਖੋ ਕਿੱਦਾਂ ਆਪਾਂ ਕੰਟਰੋਲ ਕਰ ਸਕਦੇ ਹਾਂ, ਨੁਕਸਾਨ ਵੀ ਨਾ ਹੋਵੇ, ਪੰਜਾਬ ਦਾ ਨੁਕਸਾਨ ਵੀ ਨਾ ਹੋਵੇ, ਤੇ ਆਪਾਂ ਇਸ ਮਸਲੇ ਨੂੰ ਹੱਲ ਵੀ ਕਰੀਏ। ਤਾਂ ਫਿਰ ਇੱਥੋਂ ਮੈਂ ਮਹਾਰਾਜ ਜੀ ਨੂੰ ਲੈਣ ਗਿਆ ਸੀ ਆਸਟ੍ਰੇਲੀਆ, ਉਹਨਾਂ ਨੂੰ ਵੀ ਲੈ ਕੇ ਆਏ, ਤੇ ਜਿਹੜੇ ਸਾਡੇ ਸ਼ਹੀਦ ਰਾਮਾਨੰਦ ਸੰਤ ਮਹਾਰਾਜ ਜੀ ਉਹਨਾਂ ਦੀ ਵੀ ਜਿਹੜੀ ਦੇਹ ਸੀ ਮ੍ਰਿਤਕ ਦੇ ਉਹ ਲੈ ਕੇ ਆਏ ਸੀ ਨਾਲ ਉੱਥੋਂ ਜਾ ਕੇ, ਤੇ ਫਿਰ ਇੱਥੇ ਪਬਲਿਕ ਜਿਹੜੀ ਸ਼ਾਂਤ ਹੋਈ। ਸਟੇਟ ਫਿਊਨਰਲ ਕਰਾਇਆ ਸੀ ਉਹਨਾਂ ਦਾ, ਸਰਕਾਰੀ ਤੌਰ ਦੇ ਉੱਤੇ ਸਨਮਾਨਾਂ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਸਾਰੇ ਲੀਡਰ ਮੌਜੂਦ ਸੀ, ਚੀਫ ਮਿਨਿਸਟਰ ਸਾਹਿਬ,
ਡਿਪਟੀ ਚੀਫ ਨੇ ਸਾਰੀ ਕੈਬਨਿਟ ਉਦੋਂ ਇੱਥੇ ਮੌਜੂਦ ਸੀ ਜਦੋਂ ਇਹ ਕੰਮ ਹੋਇਆ, ਤੇ ਤਾਂ ਉਦੋਂ ਬਿਆਨਾ ਕਾਂਡ ਦੇ ਵਿੱਚ ਸ਼ਾਂਤੀ ਆਈ ਸੀ। ਬਾਕੀ ਤੁਸੀਂ ਜਿਹੜੀ ਗੱਲ ਮੇਰੇ ਨਾਲ ਕੀਤੀ ਆ ਕਿ ਤੁਹਾਨੂੰ ਜਿਹੜੇ ਹੋਰ ਦਲਿਤਾਂ ਦੇ ਮਸਲੇ ਕੀ ਆ, ਦਲਿਤਾਂ ਦੇ ਤਾਂ ਬਹੁਤ ਸਾਰੇ ਮਸਲੇ ਆ, ਬਹੁਤ ਸਾਰੇ ਮੈਜੋਰਟੀ ਦੇ ਵਿੱਚ ਗਰੀਬ ਲੋਕਾਂ ਦੇ ਕੋਲ ਦਵਾਈ ਦਾ ਪੈਸਾ ਹੈ, ਦਵਾਈ ਵਾਸਤੇ ਪੈਸੇ ਹੈ ਨਹੀਂ, ਮਹਿੰਗਾਈ ਇੰਨੀ ਜ਼ਿਆਦਾ ਆ ਕਿ ਤੁਸੀਂ ਅਗਰ ਕਿਸੇ ਡਾਕਟਰ ਕੋਲ ਜਾਂਦੇ ਆ ਤਾਂ ਉਹ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਪੈਸੇ ਲੈਂਦਾ। ਦੂਸਰਾ ਜਿਹੜੀ ਪੜ੍ਹਾਈ ਵੀ ਇੰਨੀ ਮਹਿੰਗੀ ਆ ਕਿ ਜਿਹੜਾ ਆਮ ਕੋਈ ਗਰੀਬ ਦਲਿਤ ਬੱਚਾ ਜੇ ਕੋਈ ਚੰਗਾ ਸਟੱਡੀ ਕਰਨੀ ਚਾਹੁੰਦਾ ਹੋਵੇ ਤੇ ਫੀਸਾਂ ਬਹੁਤ ਜ਼ਿਆਦੀਆਂ। ਉਹਦੇ ਕਰਕੇ ਸਾਡੀ ਬਹੁਤ ਵੱਡਾ ਇੱਕ ਮੁੱਦਾ ਸੀ ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿੱਦਣ ਇਹ ਪਤਾ ਲੱਗਾ ਸਾਨੂੰ ਕਾਨੂੰਨ ਦਾ, ਸਭ ਤੋਂ ਪਹਿਲਾਂ ਮੇਰੇ ਘਰ 'ਚ ਹੀ ਅਸੀਂ ਕੁਝ ਸਾਥੀ ਇਕੱਠੇ ਹੋਏ, ਮੀਟਿੰਗ ਕੀਤੀ। ਉਸ ਵੇਲੇ ਤਕਰੀਬਨ 3000 ਬੱਚੇ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਪਤਾ ਸੀ ਤੇ ਫਾਇਦਾ ਲੈ ਰਹੇ ਸੀ। ਜਦੋਂ ਇਹ ਸਾਨੂੰ ਪਤਾ ਲੱਗਾ ਕਿ ਸਰਕਾਰ ਇੱਕ ਬਹੁਤ ਵੱਡੀ ਮਦਦ ਸੈਂਟਰ ਗੌਰਮੈਂਟ ਕਰਦੀ ਹੈ ਤੇ ਨਾਲ ਸਟੇਟ ਦਾ ਸ਼ੇਅਰ ਵੀ ਹੁੰਦਾ, ਤੇ ਉਹ ਪੈਸਾ ਮਿਲਾ ਕੇ ਬੱਚੇ ਨੂੰ ਦਿੱਤਾ ਜਾਂਦਾ, ਜਿਹਦੇ ਨਾਲ ਉਹਦੀ ਪੜ੍ਹਾਈ ਦਾ ਖਰਚਾ ਉਹਨੂੰ ਦਿੱਤਾ ਜਾਂਦਾ। ਤੇ ਉਸ ਵੇਲੇ ਫਿਰ ਅਸੀਂ ਇਹ ਗੱਲ ਨੂੰ ਪੂਰੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਆ, ਗੁਰੂ ਰਵਿਦਾਸ ਮਹਾਰਾਜ ਜੀ, ਭਗਵਾਨ ਵਾਲਮੀਕ ਮਹਾਰਾਜ ਜੀ, ਭਗਵਾਨ ਕਬੀਰ ਮਹਾਰਾਜ ਜੀ, ਤੇ ਹੋਰ ਸਾਡੇ ਜਿੰਨੇ ਵੀ ਗੁਰੂ ਆ, ਉਹਨਾਂ ਦੇ ਨਾਂ 'ਤੇ ਜਿੰਨੀਆਂ ਸੰਸਥਾਵਾਂ ਬਣੀਆਂ ਜਿਹੜੇ ਕੰਮ ਕਰਦੇ, ਸੇਵਾ ਕਰਦੇ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਤੇ ਇਸ ਸਕੀਮ ਬਾਰੇ ਦੱਸਿਆ। ਤੇ 3 ਸਾਲ ਦੇ ਬਾਅਦ ਉਹ 3 ਲੱਖ ਬੱਚੇ ਨੂੰ ਸਕੀਮ ਮਿਲਣ ਲੱਗ ਪਈ। ਉਹਦਾ ਅਸੀਂ ਯਤਨ ਕੀਤਾ ਬਹੁਤ। ਵੈਸੇ ਦੁਆਬੇ ਦੇ ਵਿੱਚ ਤੁਹਾਡਾ ਪੂਰਾ ਦਬਦਬਾ ਹੈਗਾ। ਜੇਕਰ ਆਪਾਂ ਖਾਸ ਤੌਰ 'ਤੇ ਗੱਲ ਜ਼ਿਲ੍ਹਾ ਜਲੰਧਰ ਦੀ ਕਰੀਏ, ਜਿੱਥੇ ਆਪਾਂ ਹੁਣ ਇਸ ਵਕਤ ਬੈਠੇ ਹਾਂ, ਉਂਗਲਾਂ ਦੇ ਗਲੀਏ 4 ਸੀਟਾਂ ਜਲੰਧਰ ਸ਼ਹਿਰ ਦੀਆਂ ਆ, ਆਪਾਂ ਨਕੋਦਰ, ਫਲੌਰ, ਹੋਰ ਆਲੇ ਦੁਆਲੇ ਜਲੰਧਰ ਕੈਂਟ ਵੀ ਹੈਗਾ, ਤੇ ਨਾਲ ਫਗਵਾੜੇ ਦੀ ਵੀ ਗੱਲ ਕਰ ਲਈਏ, ਉੱਥੇ ਤਾਂ ਤੁਹਾਡਾ ਜਿਹੜਾ ਕਹਿ ਲਈ ਵੀ ਜ਼ਿਆਦਾ ਹੀ ਜਿੱਦਾਂ ਕਹਿ ਲਈ ਵੀ ਨਜ਼ਦੀਕੀਆਂ ਵੀ ਹੈਗੀਆਂ ਆ। ਕਰਤਾਰਪੁਰ ਵੀ ਤੁਸੀਂ ਇਲੈਕਸ਼ਨ ਲੜੇ ਹੋ, ਉੱਥੇ ਵੀ ਤੁਹਾਡੇ ਬਹੁਤ ਵੱਡੇ ਧੜੇ ਹੈਗੇ ਆ, ਤੁਹਾਨੂੰ ਚਾਹੁਣ ਵਾਲੇ ਲੋਕ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸੀਟਾਂ 'ਤੇ ਕਿੱਦਾਂ ਦੀ ਤੁਹਾਡੀ ਤਿਆਰੀ ਹੈਗੀ ਆ ਭਾਜਪਾ ਨੂੰ ਜਿਤਾਉਣ ਦੀ? ਦੇਖੋ, ਜਿਹੜਾ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਤਿਆਰੀ ਹੋ ਰਹੀ ਹੈ, ਔਰ ਬੜੇ ਵੱਡੇ ਪੱਧਰ ਦੇ ਉੱਤੇ ਭਾਜਪਾ ਮਿਹਨਤ ਕਰ ਰਹੀ ਹੈ, ਤਿਆਰ ਕਰ ਰਹੀ। ਸਾਡਾ ਵਰਕਰ ਭਾਜਪਾ ਦੇ, ਮੈਂ ਕਿਉਂਕਿ ਪਰਸਨਲੀ ਮਿਲ ਕੇ ਆਇਆ, ਮੇਰੀ ਡਿਊਟੀ ਲੱਗੀ ਸੀ, ਮੈਂ ਜਾ ਕੇ ਤਕਰੀਬਨ ਸਾਰਾ ਪੰਜਾਬ ਹੀ ਤਕਰੀਬਨ, ਤੇ ਮੈਨੂੰ ਇਹ ਲੱਗਾ ਕਿ ਭਾਜਪਾ ਦਾ ਵਰਕਰ ਬਹੁਤ ਜੋਸ਼ ਨਾਲ ਲੱਗਾ ਆ, ਔਰ ਰਿਜ਼ਲਟ ਬਹੁਤ ਚੰਗੇ ਭਾਜਪਾ ਦੇ। ਜਿਹੜਾ ਤੁਸੀਂ ਕਹਿੰਦੇ ਦੁਆਬੇ ਦੇ ਵਿੱਚ ਵੀ ਬਹੁਤ ਅੱਛਾ ਰਿਜ਼ਲਟ ਆਉਣਗੇ। ਬਾਕੀ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ, ਅਪੀਲ ਕਰਾਂਗੇ ਵੀ ਦੇਖੋ, ਤੁਹਾਡੇ ਜਿਹੜੇ ਮਸਲੇ ਹੱਲ ਆ ਕਰਨੇ, ਇਹ ਸੈਂਟਰ ਗੌਰਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਮਸਲੇ ਹੱਲ ਕਰਦੀਆਂ। ਆਯੁਸ਼ਮਾਨ ਯੋਜਨਾ ਹੈਗੀ ਆ, ਫਿਰ ਜਿਹੜੇ ਘਰ ਬਣਾਉਣ ਦੀ ਯੋਜਨਾ ਹੈਗੀ ਆ। ਸੋ ਇੱਦਾਂ ਦੀਆਂ ਯੋਜਨਾਵਾਂ ਸੈਂਟਰ ਗੌਰਮੈਂਟ ਦੀਆਂ ਜਿਹੜੀਆਂ ਕਿ ਪੰਜਾਬ ਗੌਰਮੈਂਟ ਨੇ ਲਾਗੂ ਨਹੀਂ ਕੀਤੀਆਂ, ਹੱਲ ਨਹੀਂ ਕੀਤੀਆਂ, ਲੋਕਾਂ ਨੂੰ ਪੈਸਾ ਦਿੱਤਾ ਨਹੀਂ, ਗੁੰਮਰਾਹ ਕੀਤਾ ਸੈਂਟਰ ਦੀਆਂ ਜਿਹੜੀਆਂ ਏਡਡ ਹੈਗੀਆਂ। ਤੇ ਜੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੂਗੀ ਤੇ ਉਹ ਸਕੀਮਾਂ ਤਾਂ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਜਿਹੜੀਆਂ ਲਾਗੂ ਕਰਾਵਾਂਗੇ। ਕੋਈ ਐਸਾ ਵਿਅਕਤੀ ਨਹੀਂ ਰਹੂਗਾ ਜਿਹੜਾ ਦਵਾਈ ਖੁਣੋਂ ਮਰ ਜਾਵੇ ਜਾਂ ਆਪਰੇਸ਼ਨ ਖੁਣੋਂ ਮਰ ਜਾਵੇ, ਕੋਈ ਐਸਾ ਵਿਅਕਤੀ ਨਹੀਂ ਰਹੂਗਾ ਜਿਹੜਾ ਪੜ੍ਹਾਈ ਖੁਣੋਂ ਰਹਿ ਜਾਵੇ। ਇਹ 2 ਮੇਨ ਮਸਲੇ ਹੁੰਦੇ। ਕਿਸੇ ਵੀ ਦੇਸ਼ ਨੂੰ, ਪ੍ਰਦੇਸ਼ ਨੂੰ ਤੁਸੀਂ ਉੱਨਤ ਕਰਨਾ, ਉਸ ਪ੍ਰਦੇਸ਼ ਵਿੱਚ ਤੁਸੀਂ ਚਾਹੁੰਦੇ ਕਿ ਉੱਥੇ ਦੀ ਜਿਹੜੀ ਜਨਤਾ ਆ ਉਹ ਸੁਖੀ ਹੋਵੇ, ਤੇ ਉਹ ਇਹਦੇ ਵਾਸਤੇ ਸਭ ਤੋਂ ਜ਼ਰੂਰੀ ਹੁੰਦੀ ਸਿਹਤ, ਉਸ ਤੋਂ ਬਾਅਦ ਹੁੰਦੀ ਪੜ੍ਹਾਈ। ਭਾਜਪਾ ਵੀ ਦਲਿਤ ਕਾਰਡ ਖੇਡ ਰਹੀ ਆ, ਕਾਂਗਰਸ ਵੀ ਖੇਡ ਰਹੀ ਆ। ਕਾਂਗਰਸ ਨੇ ਤਾਂ ਬਹੁਤ ਵੱਡਾ ਕੰਮ ਕਰ ਦਿਖਾਇਆ, ਉਹਨਾਂ ਨੇ ਤਾਂ ਜਿਹੜਾ ਕਿ ਸੀਐਮ ਚਿਹਰਾ ਐਲਾਨ ਦਿੱਤਾ ਆ ਚਰਨਜੀਤ ਚੰਨੀ ਦਾ। ਕਾਂਗਰਸ ਕਹਿੰਦੀ ਆ ਵੀ ਹੁਣ ਸਾਰੀ ਦਲਿਤ ਵੋਟ ਕਨਵਰਟ ਹੋ ਚੁੱਕੀ ਆ, ਦਲਿਤ ਵੋਟ ਹੁਣ ਕਾਂਗਰਸ ਨਾਲ ਜੁੜੀ ਆ, ਹੋਰ ਕਿਸੇ ਪਾਰਟੀ 'ਚ ਨਹੀਂ ਜਾਊਗੀ। ਤੁਹਾਨੂੰ ਲੱਗਦਾ ਵੀ ਚੰਨੀ ਨੂੰ ਜਿਹੜਾ ਚਿਹਰਾ ਉਤਾਰਿਆ ਸੀਐਮ ਦਾ, ਉਹਦੇ ਨਾਲ ਦਲਿਤ ਵੋਟ ਦਾ ਝੁਕਾਅ ਵਧੇਗਾ ਕਾਂਗਰਸ ਵੱਲ? 70 ਸਾਲ ਕਾਂਗਰਸ ਨੇ ਪੰਜਾਬ 'ਚ ਰਾਜ ਕੀਤਾ, ਪਹਿਲੋਂ ਕਿਉਂ ਨਹੀਂ ਉਹਨਾਂ ਨੂੰ ਚੇਤਾ ਆ ਗਿਆ ਸੀਐਮ ਦਾ ਵੀ ਦਲਿਤ ਸੀਐਮ ਬਣਾਉਣਾ? ਅੱਜ ਹੀ ਕਿਉਂ ਚੇਤਾ ਆ? ਮੈਂ ਦੱਸਦਾ ਉਹਦਾ ਕੀ ਕਾਰਨ ਹੈ। ਕੁਛ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਹੈਗੇ ਭਾਜਪਾ ਦੇ, ਤੇ ਕੁਛ ਦੂਸਰੇ ਜਿਹੜੇ ਇੰਟੈਲੈਕਚੁਅਲ ਵਿੰਗ ਆ, ਉਹਨਾਂ ਨਾਲ ਬੈਠ ਕੇ ਸਲਾਹ ਅਸੀਂ ਕੀਤੀ। ਇਹ ਸਲਾਹ ਤਾਂ ਭਾਜਪਾ ਦੀ ਕੀਤੀ ਹੈ। ਭਾਜਪਾ ਨੇ, ਤੁਸੀਂ ਦੇਖਿਆ ਹੋਣਾ ਵੀ ਅੱਜ ਤੋਂ ਕਰੀਬਨ 1 ਸਾਲ ਪਹਿਲੋਂ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤੇ ਸੀਐਮ ਜਿਹੜਾ ਦਲਿਤ ਹੋਊਗਾ ਪੰਜਾਬ 'ਚ। ਇਹ ਭਾਜਪਾ ਨੇ ਕਿਹਾ, ਭਾਜਪਾ ਦੇ ਅਧਿਕਾਰੀਆਂ ਨੇ, ਭਾਜਪਾ ਦੇ ਅਹੁਦੇਦਾਰਾਂ ਨੇ, ਇਹ ਸੈਂਟਰ ਦੇ ਅਹੁਦੇਦਾਰਾਂ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਦਾ ਸੀਐਮ ਦਲਿਤ ਬਣਾਇਆ ਜਾਊਗਾ, ਅਸੀਂ ਬਣਾਵਾਂਗੇ। ਕਿਉਂਕਿ ਇਹਨਾਂ ਦੀ ਸੰਖਿਆ ਬਹੁਤ ਭਾਰੀ ਆ, ਹੈ ਨਾ। ਜੇ ਅਸੀਂ ਇਹ ਬਣਾਵਾਂਗੇ ਤੇ ਉਸ ਸਮਾਜ ਦਾ ਭਲਾ ਹੋਊਗਾ ਜਿਹੜਾ ਸਮਾਜ ਬਹੁਤ ਗਰੀਬ ਆ। ਗੱਲ ਤਾਂ ਉਹਨਾਂ ਨੇ ਕੀਤੀ, ਤੇ ਉਸ ਗੱਲ ਨੂੰ ਜਿਹੜਾ ਅੰਜਾਮ ਆ ਉਹ ਕਾਂਗਰਸ ਨੇ ਦੇਖ ਲਿਆ ਵੀ ਇਹ ਤਾਂ ਵੀ ਬਹੁਤ ਜਿਹੜੀ ਗੱਲ ਵਧੀਆ ਆ, ਤੇ ਉਹਨਾਂ ਚੱਕ ਕੇ ਇੱਕ ਸੀਐਮ ਬਣਾਤਾ ਜਿਹੜਾ ਕਿ ਮਜਬੂਰ ਸੀਐਮ ਸੀ, ਮਜ਼ਬੂਤ ਸੀਐਮ ਨਹੀਂ ਸੀ, ਉਹ ਮਜਬੂਰ ਸੀਐਮ ਸੀ। ਤੋ ਆਉਣ ਵਾਲੇ ਟਾਈਮ 'ਚ ਹੁਣ ਉਹਨਾਂ ਨੇ ਐਲਾਨ ਕੀਤਾ ਸਿਰਫ ਵੋਟਾਂ ਲੈਣ ਨੂੰ,
ਵੋਟਾਂ ਲੈਣ ਨਾਲ ਜਿਹੜਾ ਹੈਗਾ ਇੱਦਾਂ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ। ਜਿਹੜੀ ਗੱਲ ਤੁਹਾਨੂੰ ਮੈਂ ਪਹਿਲੋਂ ਕਹੀ ਆ ਕਿ ਦਲਿਤ ਏਜੰਡਾ, ਇੱਕ ਬੰਦੇ ਨੂੰ ਫਾਇਦਾ ਦੇਣ ਦੀ ਬਜਾਏ ਇੱਕ ਸਮਾਜ ਨੂੰ ਫਾਇਦਾ ਦੇਣਾ ਚਾਹੀਦਾ। ਤੁਸੀਂ ਮੈਨੂੰ ਦੱਸੋ ਵੀ ਇੱਕ ਬੰਦੇ ਨੂੰ ਫਾਇਦਾ ਦੇਣਾ ਚਾਹੀਦਾ, ਇੱਕ ਪਰਿਵਾਰ ਨੂੰ, ਜਾਂ ਇੱਕ ਸਮਾਜ ਨੂੰ ਦੇਣਾ ਚਾਹੀਦਾ? ਜੇ ਤਾਂ ਪਰਿਵਾਰ ਦੀ ਗੱਲ ਕਰੀਏ ਤਾਂ ਇੱਕ ਸੀਐਮ ਤੁਸੀਂ ਬਣਾ ਦਿਓ, ਉਹ ਆਪਣਾ ਪਰਿਵਾਰ ਤਗੜਾ ਕਰ ਲੂਗਾ। ਤੁਸੀਂ ਦੇਖਿਆ ਹੀ ਆ ਤਗੜਾ ਕਰ ਰਿਹਾ, 10 ਕਰੋੜ ਰੁਪਈਆ ਫੜਿਆ, ਖਬਰੇ ਕਿੰਨੇ 100 ਕਰੋੜ ਰੁਪਈਆ ਇਕੱਠਾ ਹੋਇਆ ਹੋਊਗਾ। ਤੇ ਜੇ ਤੁਸੀਂ ਗੱਲ ਕਰੋ ਵੀ ਸਮਾਜ ਦੀ, ਉਹ ਭਾਜਪਾ ਦਾ ਏਜੰਡਾ ਕਿ ਸਮਾਜ ਤਗੜਾ ਕਰਨਾ। ਉਸ ਕਰਕੇ ਨਾਰਾ ਸਾਡਾ ਸੀ, ਯੂਜ਼ ਉਹ ਕਰ ਗਏ। ਉਹਨਾਂ ਨੇ ਇੱਕ ਮਜਬੂਰ ਸੀਐਮ ਖੜਾ ਕਰਕੇ 111 ਦਿਨਾਂ ਲਈ ਤੇ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ। ਹੁਣ ਐਲਾਨ ਕਰਤਾ ਉਹਨਾਂ ਨੇ, ਡਰਦਿਆਂ ਨੇ ਕੀਤਾ ਕਿ ਵੋਟਾਂ ਪੈਣੀਆਂ ਨਹੀਂ। ਉੱਦਾਂ ਵੋਟਾਂ ਦੀ ਖਾਤਰ ਹੀ ਉਹਨਾਂ ਨੇ ਕੀਤਾ, ਨਾ ਕਿ ਦਲਿਤਾਂ ਦੇ ਭਲੇ ਵਾਸਤੇ, ਦਲਿਤਾਂ ਦੇ ਜਿਹੜਾ ਦਲਿਤਾਂ ਨੂੰ ਫਾਇਦਾ ਦੇਣਾ ਉਹਦੇ ਵਾਸਤੇ। ਉਹ 2027 ਦੇ ਵਿੱਚ ਜਿਹੜਾ ਅਗਲਾ ਸੀਐਮ ਆਊਗਾ ਨਾ, ਉਹ ਆਊਗਾ ਜੀ ਮਜ਼ਬੂਤ ਸੀਐਮ, ਜਿਹੜਾ ਕਿ ਪੰਜਾਬ ਦੇ ਮਸਲੇ ਹੱਲ ਕਰੂਗਾ। ਜਿੱਥੇ ਸਾਡੇ ਸਿੱਖ ਭਰਾਵਾਂ ਦੇ ਮਸਲੇ ਹੱਲ ਹੁੰਦੇ, ਹਿੰਦੂ ਭਰਾਵਾਂ ਦੇ ਮਸਲੇ ਹੱਲ ਹੁੰਦੇ, ਉੱਥੇ ਸ਼ਡਿਊਲਡ ਕਾਸਟਾਂ ਦੇ ਮਸਲੇ ਜਿਹੜੇ ਆ ਉਹ ਵੀ ਵੱਡੇ ਪੱਧਰ ਤੇ ਹੱਲ ਕੀਤੇ ਜਾਣਗੇ। ਕੁਝ ਜਿਹੜੇ ਤੁਹਾਡੇ ਕੁਝ ਵਿਰੋਧੀ ਲੀਡਰ ਆ ਉਹ ਈਡੀ ਵਾਲੇ ਮਸਲੇ ਨੂੰ ਬੜੀ ਤੂਲ ਦੇ ਰਹੇ ਆ। ਜਿਹੜਾ ਈਡੀ ਵਾਲਾ ਮਸਲਾ ਸੀਗਾ ਕਿੱਥੇ ਖੜਾ ਹੁਣ ਤੱਕ ਤੁਹਾਡਾ? ਦੇਖੋ ਜੀ, ਤੁਸੀਂ ਸਾਰੇ ਜਾਣਦੇ, ਜਦੋਂ ਪੋਲੀਟੀਕਲੀ ਕੋਈ ਬੰਦਾ ਰਾਈਜ਼ ਕਰਦਾ ਤੇ ਉਹਦੇ ਨਾਲ ਦੁਸ਼ਮਣ ਵੀ ਖੜੇ ਹੋ ਜਾਂਦੇ ਆ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ। ਤੁਸੀਂ ਚੰਗੀ ਤਰ੍ਹਾਂ ਮੈਨੂੰ ਜਾਣਦੇ ਆ, ਪੁਰਾਣੇ ਜਾਣਦੇ ਆ, ਹੋਰ ਵੀ ਲੋਕ ਜਾਣਦੇ ਕਿੱਡਾ ਕੁ ਮੈਂ ਈਡੀ ਦਾ ਕਿੱਡਾ ਕੁ ਸਮਗਲਰ ਰਿਹਾ। ਮੈਂ, ਮੇਰਾ ਖਾਨਦਾਨ ਦੇਖ ਲਓ, ਮੇਰਾ ਪਿਛੋਕੜ ਦੇਖ ਲਓ। ਮੈਂ ਬਾਬਾ ਸਾਹਿਬ ਅੰਬੇਡਕਰ ਦਾ ਅਨੁਯਾਈ ਹਾਂ। ਮੈਂ ਕਿੱਥੋਂ ਇਹ ਇੱਦਾਂ ਦੇ ਕੰਮ, ਸਾਡਾ ਤੁਸੀਂ ਪਿਛੋਕੜ, ਸਾਡੇ ਕਾਰੋਬਾਰ ਆ, ਆਪਣੇ ਬਿਜ਼ਨਸ ਕਰਦੇ ਆ, ਸਾਡੀ ਫੈਮਿਲੀ ਬਿਜ਼ਨਸ ਵਾਲੀ ਆ। ਤੇ ਇਹ ਝੂਠਾ ਇਲਜ਼ਾਮ ਮੇਰੇ 'ਤੇ ਲੱਗਾ ਸੀ। ਉਹਦੇ ਵਾਸਤੇ ਜਦੋਂ ਵੀ ਮੈਂ ਕਿਤੇ ਦੌੜਿਆ ਨਹੀਂ, ਮੈਂ ਕਿਤੇ ਗਿਆ ਨਹੀਂ, ਮੈਂ ਇੱਥੇ ਰਿਹਾ। ਜੇ ਮੈਨੂੰ ਨੋਟਿਸ ਆਇਆ ਈਡੀ ਦਾ, ਮੈਂ ਉਹਨੂੰ ਭੁਗਤਣ ਗਿਆ। ਮੈਂ ਜਾ ਕੇ ਅਫਸਰਾਂ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਕੋਲ 10 ਸਾਲ ਦਾ ਰਿਕਾਰਡ ਲਿਆ, ਮੇਰੇ ਘਰ ਦਾ, ਮੇਰੇ ਖਾਨਦਾਨ ਦਾ, ਬੱਚਿਆਂ ਤੱਕ, ਮੇਰੀ ਵਾਈਫ ਦਾ, ਮੇਰੇ ਭੈਣਾਂ ਭਰਾਵਾਂ ਦਾ ਤੱਕ ਫੋਲ ਮਾਰਿਆ ਉਹਨਾਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਲੱਭਾ ਕੀ ਜੀ, 4,68,000 ਰੁਪਏ ਦੀ ਮੇਰੇ ਉੱਤੇ ਪਾਈ, 4,68,000 ਰੁਪਈਆ ਮੇਰੇ 'ਤੇ ਕੱਢਿਆ। ਤੇ ਹੁਣ ਮੈਨੂੰ ਦੱਸੋ ਵੀ 4,68,000 ਰੁਪਏ ਦੀ ਮੈਂ ਹੇਰਾਫੇਰੀ ਕਰ ਸਕਦਾ? 4,68,000 ਰੁਪਏ ਦੀ ਹੇਰਾਫੇਰੀ ਹੁੰਦੀ ਜੀ? ਮੇਰੇ ਉੱਤੇ ਕੋਈ NDPS ਐਕਟ ਨਹੀਂ ਲੱਗਾ। ਮੇਰੇ ਉੱਤੇ ਜਿਹੜਾ PMLA ਉਹਨਾਂ ਨੇ ਲਾਈ, ਔਰ ਉਹਦਾ ਜਿਹੜਾ ਹੈਗਾ ਆ ਇਸ ਵੇਲੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਉਹਦਾ ਸਟੇ ਰੱਖਿਆ ਹੈ, ਸਟੇ ਦਿੱਤਾ। ਤੇ ਉਹ ਸਟੇ ਦੇ ਕਰਕੇ ਉਹਨਾਂ ਨੇ ਨੋਟਿਸ ਟੂ ਈਡੀ ਕੀਤਾ ਕਿ ਤੁਸੀਂ ਆ ਕੇ ਦੱਸੋ ਵੀ ਇਹ ਕੇਸ ਕਿੱਦਾਂ ਬਣਾਇਆ। ਸੋ ਇਸ ਕਰਕੇ ਜਿਹੜੀ ਸਾਡੇ ਦੇ ਉੱਤੇ ਜਿਹੜੀ ਪ੍ਰੋਸੀਡਿੰਗ ਸੀਗੀ ਈਡੀ ਦੀ, ਉਹ ਸਟਾਪ ਹੋਈ ਹੋਈ ਹੈ ਇਸ ਵੇਲੇ, ਉਹ ਬੰਦ ਆ। ਮੋਹਾਲੀ 'ਚ ਸਟਾਪ ਆ ਕਿਉਂਕਿ ਸੁਪਰੀਮ ਕੋਰਟ ਨੇ ਸਟੇ ਦਿੱਤਾ। ਸੋ ਭਾਜਪਾ ਦਾ ਸ਼ਹਿਰਾਂ ਦੇ ਵਿੱਚ ਤਾਂ ਚਲੋ ਰੁਝਾਨ ਹੈਗਾ, ਲੋਕੀ ਪਸੰਦ ਕਰ, ਪਿੰਡਾਂ ਵਿੱਚ ਤਾਂ ਕੋਈ ਵੰਡ ਵੀ ਨਹੀਂ ਦਿੰਦਾ ਹੈਗਾ। ਸੋ ਪਿੰਡਾਂ ਨੂੰ ਵੀ ਟੱਚ ਕਰ ਰਹੇ ਹੋ ਤੁਸੀਂ? ਤੁਸੀਂ ਬਿਲਕੁਲ ਗਲਤ ਇਹ ਗੱਲ ਕਰਦੇ। ਪਿੰਡਾਂ ਦੇ ਵਿੱਚ ਮੈਂ ਹੋ ਕੇ ਆਇਆ, ਕਰੀਬਨ 30 ਕੰਸਟੀਚੁਐਂਸੀਆਂ ਦੇ ਵਿੱਚ ਮੈਂ ਹੋ ਕੇ ਆਇਆ। ਕਿਸੇ ਵੀ ਪਿੰਡ ਵਿੱਚ ਕਿਸੇ ਵੀ ਭਾਜਪਾ ਦੇ ਬੰਦੇ ਨੂੰ ਨਹੀਂ ਰੋਕਿਆ ਜਾ ਰਿਹਾ। ਸਗੋਂ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਐਤਕੀ ਪਿੰਡਾਂ ਦੇ ਵਿੱਚ ਸਾਡੇ ਭਾਜਪਾ ਦੇ ਬਸਤੇ ਫੜੇ ਜਾਣਗੇ। ਮੇਰੇ ਕਹਿਣ ਦਾ ਮਤਲਬ ਉੱਥੇ ਜਿਹੜੇ ਆ ਸਾਡੇ ਬੂਥ ਲੱਗਣਗੇ। ਇਸ ਤਰ੍ਹਾਂ ਦੀ ਤਿਆਰੀ ਆ ਪਿੰਡਾਂ ਦੇ ਵਿੱਚ, ਔਰ ਉਤਸ਼ਾਹ ਆ। ਮੋਦੀ ਜੀ ਦੇ ਨਾਂ ਦਾ ਬਹੁਤ ਉਤਸ਼ਾਹ ਆ। ਮੋਦੀ ਜੀ ਕੋਈ ਛੋਟੇ ਲੀਡਰ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਹੀ ਨਹੀਂ ਹੈਗੇ, ਉਹ ਦੁਨੀਆ ਦੇ ਪਹਿਲੇ 5 ਲੀਡਰਾਂ ਦੇ ਵਿੱਚ ਉਹਨਾਂ ਦਾ ਨਾਂ ਆ। ਬਹੁਤ ਵੱਡੇ ਬੰਦੇ ਆ, ਉਹਨਾਂ ਦੀ ਬੜੀ ਵੱਡੀ ਸੋਚ ਆ। ਉਹਨਾਂ ਨੇ ਜ਼ਮੀਨ 'ਤੇ ਰਹਿ ਕੇ ਕੰਮ ਕੀਤਾ ਸਾਰੀ ਜ਼ਿੰਦਗੀ। 30 ਸਾਲ ਉਹਨਾਂ ਨੇ ਪੈਦਲ ਯਾਤਰਾ ਕਰ ਕਰਕੇ ਲੋਕਾਂ ਨੂੰ, ਹਿੰਦੁਸਤਾਨ ਨੂੰ ਦੇਖਿਆ, ਤੇ ਅੱਜ ਉਹ ਪ੍ਰਧਾਨ ਮੰਤਰੀ ਬਣ ਕੇ ਸੇਵਾ ਕਰ ਰਿਹਾ। ਕਿੱਦਾਂ ਦੀ ਲੜਾਈ ਦੇਖ ਰਹੇ ਹੋ ਪੰਜਾਬ ਦੇ ਵਿੱਚ? ਸ਼੍ਰੋਮਣੀ ਅਕਾਲੀ ਦਲ, ਬਸਪਾ, ਕਾਂਗਰਸ ਹੈਗੀ ਆ, BJP ਹੈਗੀ ਆ, ਕਿਸਾਨ ਜਥੇਬੰਦੀਆਂ, ਕੈਪਟਨ ਸਾਹਿਬ ਨਾਲ ਹੈਗੇ ਤੁਹਾਡੇ। ਕਿੱਦਾਂ ਦਾ ਲੱਗ ਰਿਹਾ ਵੀ ਰੁਝਾਨ ਕਿੱਦਾਂ ਆਊਗਾ ਪੰਜਾਬ ਦਾ? ਮੇਰੇ ਹਿਸਾਬ ਨਾਲ ਤਾਂ ਜੀ ਜਿਹੜਾ ਅਸੀਂ ਤਾਂ ਬਹੁਤ ਵਧੀਆ ਪੋਜੀਸ਼ਨ ਵਿੱਚ ਰਵਾਂਗੇ, ਪਹਿਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਪੋਜੀਸ਼ਨ ਵਿੱਚ ਹੋਵਾਂਗੇ। ਲੇਕਿਨ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਸਪਸ਼ਟ ਬਹੁਮਤ ਕੋਈ ਲੈ ਸਕੂਗਾ, ਤੇ ਸਾਡੇ ਤੋਂ ਬਗੈਰ ਕਿਸੇ ਦੀ ਸਰਕਾਰ ਨਹੀਂ ਬਣੂਗੀ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਭਾਜਪਾ ਜਿੱਧਰ ਜਾਊਗੀ ਉੱਧਰ ਸਰਕਾਰ ਬਣੂਗੀ। ਸਰ ਠੀਕ ਹੈ, ਇਹ ਤਾਂ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ। ਹੁਣ ਇਲੈਕਸ਼ਨ ਚੱਲ ਰਹੀ ਆ, ਅਵਿਨਾਸ਼ ਚੰਦਰ ਨੇ ਜ਼ੋਰ ਵੀ ਲਾਉਣਾ, ਚੋਣਾਂ 20 ਫਰਵਰੀ ਨੂੰ ਆ, 10 ਨੂੰ ਰਿਜ਼ਲਟ ਵੀ ਆ ਜਾਣੇ ਆ। ਉਸ ਤੋਂ ਬਾਅਦ ਕਿਹੜੇ ਪਹਿਲੇ ਕੰਮ ਜਿਹੜੇ ਤੁਸੀਂ ਚਾਹੁੰਦੇ ਹੋ ਵੀ ਜਦੋਂ ਇਹ ਸਾਰਾ ਨਤੀਜਾ ਨਿਕਲ ਕੇ ਵੀ ਭਾਜਪਾ ਤੋਂ ਪਹਿਲਾਂ ਤੁਸੀਂ ਕਰਾਓਗੇ ਦਲਿਤ ਸਮਾਜ ਲਈ? ਸਭ ਤੋਂ ਪਹਿਲਾਂ ਤਾਂ ਜਦੋਂ ਸਰਕਾਰ ਬਣਦੀ ਆ ਤੇ ਕਿੱਡੀ ਵੱਡੀ ਕੋਆਰਡੀਨੇਸ਼ਨ ਹੋ ਜਾਊਗੀ ਸੈਂਟਰ ਤੇ ਸਟੇਟ ਦੇ ਨਾਲ। ਤੋਂ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਆ, ਉਹ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਵੱਡੇ ਪੱਧਰ ਦੇ ਉੱਤੇ ਅਸੀਂ ਲਾਗੂ ਕਰਾਂਗੇ। ਘਰ ਘਰ ਤੱਕ ਸਕੀਮ ਪਹੁੰਚਾਵਾਂਗੇ, ਤੇ ਜਿਹੜਾ ਬੰਦਾ ਜਿਸ ਸਕੀਮ ਦੇ ਵਿੱਚ ਆਉਂਦਾ ਉਹਨੂੰ ਉਸ ਸਕੀਮ ਦਾ ਲਾਭ ਅਸੀਂ ਪਹੁੰਚਾਵਾਂਗੇ। ਫਿਰ ਦੇਖੋ, ਮੋਦੀ ਜੀ ਦੇ ਕਾਰਨਾਮੇ ਤੁਸੀਂ ਸਾਰੇ ਜਾਣਦੇ, ਕਿੰਨੇ ਵੱਡੇ ਵੱਡੇ ਉਹਨਾਂ ਨੇ ਕੰਮ ਕੀਤੇ ਆ। ਤੇ ਰਾਮ ਮੰਦਿਰ ਦਾ ਕੰਮ ਕਿੰਨੀ ਦੇਰ ਤੋਂ ਰੁਕਿਆ ਸੀ, ਉਹ ਰਾਮ ਮੰਦਿਰ ਦਾ ਕੰਮ ਸ਼ੁਰੂ ਹੋ ਗਿਆ। ਕਿੱਡੀ ਵੱਡੀ ਗੱਲ ਆ, ਹੈ ਨਾ। ਔਰ ਅਸੀਂ ਇਸ ਗੱਲ ਨਾਲ
ਉਹਨਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਦਿੰਦੇ ਹਾਂ ਔਰ ਅਸੀਂ ਖੁਸ਼ ਹਾਂ ਇਸ ਗੱਲ ਤੇ ਕਿ ਚਲੋ ਜਿਹੜਾ ਰਾਮ ਮੰਦਿਰ ਬਣਨਾ ਚਾਹੀਦਾ ਸੀ ਬਣ ਰਿਹਾ। ਸਰਦਾਰਾਂ ਦਾ ਬਹੁਤ ਵੱਡੀ ਮੁੱਖ ਮੰਗ ਸੀਗੀ, ਜਿਹਦੇ ਵਿੱਚ ਉਹ ਅਰਦਾਸ ਵਿੱਚ ਵੀ ਆਉਂਦਾ ਸੀ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਉਹ ਲਾਂਘਾ ਖੁੱਲ੍ਹ ਗਿਆ, ਸਰਦਾਰ ਕਮਿਊਨਿਟੀ ਵੀ ਬਹੁਤ ਖੁਸ਼ ਆ। ਇਸੇ ਤਰ੍ਹਾਂ ਸਾਨੂੰ ਆਸ ਆ ਕਿ ਜਿੱਦਾਂ ਮੋਦੀ ਜੀ ਨੇ ਉਹ ਕੰਮ ਕੀਤੇ ਆ, ਸਾਡੇ ਦਲਿਤ ਸਮਾਜ ਦੇ ਕੰਮਾਂ ਦੇ ਉੱਤੇ ਵੀ ਉਹ ਪੂਰੀ ਦਿਲਚਸਪੀ ਲੈਣਗੇ। ਜਿੱਦਾਂ ਸਾਡੇ ਤੁਗਲਕਾਬਾਦ ਮੰਦਿਰ ਦਾ ਬਹੁਤ ਵੱਡਾ ਮਸਲਾ ਆ, ਬਹੁਤ ਸਾਰੇ ਲੋਕਾਂ ਨੂੰ ਗਲਤਫਹਿਮੀ ਆ, ਬਹੁਤ ਸਾਰੇ ਸਾਡੇ ਸ਼ਡਿਊਲਡ ਕਾਸਟ ਭਰਾਵਾਂ ਨੂੰ ਇਹ ਦੂਸਰੇ ਲੋਕ ਗਲਤਫਹਿਮੀ ਪਾਉਂਦੇ ਵੀ ਇਹ ਮੰਦਿਰ ਨਹੀਂ ਬਣਨਾ ਜਾਂ ਮੰਦਿਰ 'ਚ ਪ੍ਰੋਬਲਮ ਹੈ, ਇਹ ਮੰਦਿਰ ਬਣਨਾ ਹੈ, ਅਵੱਸ਼ ਬਣਨਾ। ਮਹਾਰਾਜ ਜੀ ਦੀ ਸ਼ਕਤੀ ਆ, ਮੋਦੀ ਜੀ ਦਾ ਉਹਨਾਂ ਇਸ ਗੱਲ ਦੇ ਉੱਤੇ ਪੂਰਾ ਯਕੀਨ ਹੈ ਕਿ ਅਸੀਂ ਇਹ ਮੰਦਿਰ ਬਣਾਉਣਾ ਆ। ਤੇ ਇਸ ਦੇ ਨਾਲ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਉਹਨਾਂ ਦੇ ਨਾਂ ਦੇ ਉੱਤੇ ਵੀ ਅਸੀਂ ਕੋਸ਼ਿਸ਼ ਕਰਨੀ ਵੀ ਇੱਥੇ ਪੰਜਾਬ 'ਚ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਨਾਂ 'ਤੇ ਯੂਨੀਵਰਸਿਟੀ ਬਣੇ, ਜਿਹਦੇ ਵਿੱਚ ਗਰੀਬ ਬੱਚੇ ਜਿਹੜੇ ਆ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਪੜ੍ਹਨ ਤੇ ਇੱਥੋਂ ਪੜ੍ਹ ਕੇ ਅਫਸਰ ਬਣਨ ਔਰ ਵੱਡੇ ਵੱਡੇ ਆਪਣੇ ਕਾਰੋਬਾਰ ਖੋਲ੍ਹਣ, ਆਪਣੇ ਕੰਮ ਕਰਨ। ਜਿਹੜੇ ਉਹ ਬੱਚੇ ਜਿਨ੍ਹਾਂ ਦੇ ਕੋਲ ਪੜ੍ਹਾਈ ਵਾਸਤੇ ਪੈਸੇ ਹੈ ਨਹੀਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਸਤੇ ਮੋਦੀ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਦੋਂ ਕਿਤੇ ਸਮਾਂ ਆਇਆ ਕਿ ਇਹਦੇ ਵਾਸਤੇ ਤੁਸੀਂ ਬਹੁਤ ਜ਼ਿਆਦਾ ਵੱਡਾ ਫੰਡ ਰੱਖੋ, ਨਾ ਕੇਵਲ ਸ਼ਡਿਊਲਡ ਕਾਸਟ ਬੱਚਿਆਂ ਲਈ, ਬਲਕਿ ਅਸੀਂ ਚਾਹੁੰਦੇ ਹਾਂ ਵੀ ਕੋਈ ਵੀ ਜਿਹੜਾ ਸਾਡੇ ਸਮਾਜ ਤੋਂ ਇਲਾਵਾ ਹਿੰਦੂ ਭਰਾ ਆ, ਸਰਦਾਰ ਭਰਾ ਆ, ਕੁਛ ਗਰੀਬ ਆ, ਉਹਨਾਂ ਵਿੱਚ ਵੀ ਲੋਕ ਗਰੀਬ ਹੈਗੇ, ਇਕਨੋਮਿਕਲੀ ਉਹਨਾਂ ਕੋਲ ਪੈਸਾ ਹੈ ਨਹੀਂ, ਉਹਨਾਂ ਦੇ ਬੱਚੇ ਬਹੁਤ ਲਾਇਕ ਆ, ਪੜ੍ਹਨਾ ਚਾਹੁੰਦੇ ਆ, ਪੜ੍ਹਾਈ ਵਾਸਤੇ ਓਪਰਚੁਨਿਟੀ ਹੈ ਨਹੀਂ, ਉਹਨਾਂ ਦੀ ਵੀ ਇੱਕ ਸਪੈਸ਼ਲ ਇਸ ਗੱਲ ਵਾਸਤੇ ਓਪਰਚੁਨਿਟੀ ਬਣਾਈ ਜਾਵੇ। ਉਹਨਾਂ ਦੇ ਵੀ ਨਾਂ ਦੇ ਉੱਤੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਵੀ ਪੈਸਾ ਉਹਨਾਂ ਨੂੰ ਵੀ ਦਿਓ ਪੜ੍ਹਾਈ ਵਾਸਤੇ, ਕਿਉਂਕਿ ਪੜ੍ਹਾਈ ਇੱਕ ਐਸੀ ਚੀਜ਼ ਹੈ ਜਦੋਂ ਬੰਦਾ ਪੜ੍ਹ ਜਾਂਦਾ ਉਹਨੂੰ ਰੋਸ਼ਨੀ ਆ ਜਾਂਦੀ ਆ ਔਰ ਉਹਦੇ ਰਾਹ ਜਿਹੜੇ ਆ ਜ਼ਿੰਦਗੀ ਦੇ ਅੱਗੇ ਵਧਣ ਦੇ ਖੁੱਲ੍ਹ ਜਾਂਦੇ ਆ। ਸੋ ਉਹਦੇ ਵਾਸਤੇ ਵੀ ਅਸੀਂ ਯਤਨ ਇਹ ਕਰਾਂਗੇ ਕਿ ਬੱਚੇ ਜਿਹੜੇ ਸ਼ਡਿਊਲਡ ਕਾਸਟਾਂ ਤੋਂ ਇਲਾਵਾ ਵੀ ਆ, ਗਰੀਬ ਪਰਿਵਾਰਾਂ ਦੇ ਬੱਚੇ, ਦੂਸਰੀਆਂ ਜਾਤਾਂ ਵਾਲੇ, ਉਹਨਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਵੇ। ਸੋ ਇਹ ਸਨ ਅਵਿਨਾਸ਼ ਚੰਦਰ ਜਿਹੜੇ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਤੇ 10 ਸਾਲ ਐਮਐਲਏ ਰਹੇ, ਜਿੱਥੇ ਵੱਡੇ ਚਿਹਰੇ ਚੌਧਰੀ ਪਰਿਵਾਰਾਂ ਨੂੰ ਇਹਨਾਂ ਨੇ ਮੁਕਾਬਲੇ ਦੇ ਵਿੱਚ ਹਰਾਇਆ ਸੀ, ਜਿਹੜੇ ਅਜੇ ਤੱਕ ਨਹੀਂ ਹਾਰੇ ਸੀ। ਤੇ ਅੱਜ ਵੀ ਉੱਥੋਂ ਦੇ ਜਿਹੜੇ ਲੋਕ ਇਹਨਾਂ ਨੂੰ ਯਾਦ ਕਰਦੇ ਆ ਤੇ ਇਸ ਵੇਲੇ ਪੂਰੇ ਦੁਆਬੇ ਦੇ ਵਿੱਚ ਪੂਰੀ ਇਹਨਾਂ ਦੀ ਸਰਗਰਮੀ ਤੇਜ਼ ਹੋ ਚੁੱਕੀ ਹੈ। ਇਹ ਕਹਿ ਰਹੇ ਆ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਚੋਣਾਂ ਦੇ ਵਿੱਚ ਜਿੱਤ ਵੀ ਹਾਸਲ ਕਰਾਂਗੇ, ਨਾਲ ਦੀ ਨਾਲ ਜਿਹੜੇ ਦਿਲ ਸਮਾਜ ਦੀਆਂ ਮੰਗਾਂ ਆ ਉਹ ਪੂਰੀਆਂ ਕਰਾਉਣ ਦੇ ਵਿੱਚ ਮੋਦੀ ਸਾਹਿਬ ਤੋਂ ਪੂਰਾ ਜੀ ਜਾਨ ਲਾ ਕੇ ਹੀ ਕੰਮ ਕਰਾਵਾਂਗੇ। ਪਹਿਲੇ ਨੰਬਰ ਦੀਆਂ ਗੱਲਾਂ ਜਿਹੜੀਆਂ ਕਹਿੰਦੇ ਵੀ ਸਿੱਖਿਆ ਤੇ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਤੇ ਦਲਿਤ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ, ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਉਹਨਾਂ ਦਾ ਹੱਲ ਕਰਾਉਣ ਲਈ ਇਹ ਜਿਹੜੇ ਕਿ ਵਾਅਦੇ ਵੀ ਕਰ ਰਹੇ ਆ। ਹੁਣ ਦੇਖਣਾ ਇਹ ਆ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕਿੱਦਾਂ ਦੀ ਕਾਰਜਕਾਰੀ ਰਹਿੰਦੀ ਆ, ਕਿੱਦਾਂ ਪੰਜਾਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਤੇ ਰਿਜ਼ਲਟ ਕਿੱਦਾਂ ਦੇ ਆਉਣੇ ਆ, ਉਹ ਵੀ 10 ਮਾਰਚ ਨੂੰ ਪਤਾ ਲੱਗ ਜਾਣਾ ਆ। ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਜਲੰਧਰ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।